ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਬਿਨ ਸਤਿਗੁਰ ਭਰਮ ਭੁਲਾਣੀਆਂ, ਕਿਆ ਮੂੰਹ ਦੇਸਨ ਆਗੈ ਜਾਏ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਬਿਨ ਸਤਿਗੁਰ ਭਰਮ ਭੁਲਾਣੀਆਂ, ਕਿਆ ਮੂੰਹ ਦੇਸਨ ਆਗੈ ਜਾਏ। ਕਿਆ ਦੇਨ ਮੂੰਹ ਜਾਏ, ਅਵਗੁਣ ਪਛਤਾਏ। ਦੁਖੋ ਦੁਖ ਕਮਾਏ, ਨਾਮ ਰਤੀਆ ਸੇ ਰੰਗ ਚਲੂਲਾ। ਫਿਰ ਕੈ ਅੰਕ ਸਮਾਏ, ਤਿਸ ਜੇਵੜ ਅਵਰ ਨਾ ਸੂਝਈ। ਕਿਸ ਆਗੈ ਕਹੀਐ ਜਾਏ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਚਰਨਾਂ ਵਿੱਚ ਸੁਭਾਏਮਾਨ ਹੋ ਕਰਕੇ ਅੰਮ੍ਰਿਤਮਈ ਗੁਰੂ ਕੀ ਗੁਰਬਾਣੀ ਦੇ ਪਾਠ ਨਿਤਨੇਮ ਸਰਵਣ ਕੀਤੇ ਹਨ। ਉਪਰੰਤ ਸਤਿਕਾਰਯੋਗ ਭਾਈ ਬਰਿਆਮ ਸਿੰਘ ਜੀ ਦੇ ਜਥੇ ਪਾਸੋਂ ਸਰਬ ਆਸਾ ਪੂਰਨ ਕਰਨ ਵਾਲੀ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਕੁਝ ਸਮੇਂ ਲਈ ਮਨ ਬਿਰਤੀਆਂ ਸਤਿਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸਤਿਗੁਰੂ ਜੀ ਇਸ ਸੰਸਾਰ ਵਿੱਚ ਆਏ ਹੋਏ ਹਰ ਪ੍ਰਾਣੀ ਮਾਤਰ ਦਾ ਭਲਾ ਕਰਨ ਵਾਸਤੇ ਆਏ ਹਨ ਅਤੇ ਆਤਮਾ ਦਾ ਕਲਿਆਣ, ਆਤਮਾ ਨੂੰ ਸ਼ਾਂਤੀ, ਆਤਮਾ ਨੂੰ ਟਿਕਾ ਮਿਲ ਜਾਵੇ, ਇਹ ਸਾਡਾ ਸਾਰਿਆਂ ਦਾ ਸਾਂਝਾ ਪ੍ਰਯੋਜਨ ਹੈ। ਦੁਨੀਆ ਵਿੱਚ ਜਿਤਨੀ ਵੀ ਇਹ ਕਾਇਨਾਤ ਨਜ਼ਰ ਆ ਰਹੀ ਹੈ, ਉਹਦੇ ਵਿੱਚ ਸਾਰੀ ਸ੍ਰਿਸ਼ਟੀ ਹੀ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ। ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ, ਇਹ ਸਾਰਿਆਂ ਦਾ ਹੀ ਪ੍ਰਯੋਜਨ ਹੈ। ਕੋਈ ਵੀ ਇਨਸਾਨ ਦੁਨੀਆ 'ਤੇ ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਜਿਹੜਾ ਵੀ ਦੁਖੀ ਹੈ ਉਹ ਸੁਖੀ ਹੋਣਾ ਚਾਹੁੰਦਾ। ਦੁੱਖ ਆਵੇ ਹੀ ਨਾ, ਅਸੀਂ ਸੁਖੀ ਰਹੀਏ, ਸਾਰਿਆਂ ਦਾ ਸਾਂਝਾ ਮਕਸਦ ਹੈ। ਪਰ ਵਾਹਿਗੁਰੂ ਦੀ ਖੇਡ ਐਸੀ ਹੈ, ਉਸ ਨੇ ਦੋ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਹਨ। ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਰੂਪੀ ਦਰਖਤ ਨੂੰ ਦੋ ਤਰ੍ਹਾਂ ਦੇ ਫਲ ਲਾਏ ਹਨ। ਬਿਖ ਅੰਮ੍ਰਿਤ ਕਰਤਾਰ ਉਪਾਏ। ਕਿਤੇ ਬਿਖ ਹੈ, ਜ਼ਹਿਰ ਹੈ, ਮੌਤ ਹੈ, ਪਰੇਸ਼ਾਨੀਆਂ ਹਨ, ਬਿਮਾਰੀਆਂ ਹਨ, ਲੜਾਈਆਂ ਝਗੜੇ, ਦੰਗੇ ਫਸਾਦ, ਖੂਨ ਖਰਾਬੇ, ਕਈ ਕਿਸਮ ਦੇ ਉਪਦਰਵ ਹਨ। ਉਹ ਬਿਖ ਰੂਪ, ਜ਼ਹਿਰ ਰੂਪ ਹਨ, ਜਿਹੜੇ ਸਾਨੂੰ ਦੁੱਖ ਦਿੰਦੇ ਹਨ। ਔਰ ਅੰਮ੍ਰਿਤ ਜੋ ਸਾਨੂੰ ਮਿਰਤੂ ਤੋਂ, ਕਾਲ ਤੋਂ, ਬਿਮਾਰੀਆਂ ਤੋਂ ਰਹਿਤ ਕਰਨ ਵਾਲੀ ਸ਼ਕਤੀ ਹੈ। ਸਦਾ ਹੀ ਜੀਵਨ ਹੋਵੇ, ਸਦਾ ਹੀ ਸੁੱਖ ਹੋਵੇ, ਸਦਾ ਹੀ ਆਨੰਦ ਖੇੜਾ ਬਣਿਆ ਰਵੇ, ਇਸ ਨੂੰ ਅੰਮ੍ਰਿਤ ਕਹਿੰਦੇ ਹਨ।
ਜੋ ਮਿਰਤੂ ਤੋਂ ਰਹਿਤ ਕਵੇ ਕਰੇ ਉਹ ਅੰਮ੍ਰਿਤ ਹੈ, ਜੋ ਮਿਰਤੂ ਵੱਲ ਲਿਜਾਵੇ ਉਹ ਜ਼ਹਿਰ ਹੈ। ਸੰਸਾਰ ਵਿੱਚ ਦੋਵੇਂ ਚੀਜ਼ਾਂ ਹਨ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ 24 ਅਵਤਾਰਾਂ ਦੀ ਕਥਾ ਲਿਖੀ ਹੈ, ਉਹਦੇ ਵਿੱਚ ਉਸ ਕਥਾ ਦਾ ਵਿਸ਼ੇਸ਼ ਬਚਨ ਕੀਤਾ ਹੈ। ਜਦੋਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਸੀਗਾ, ਸਮੁੰਦਰ ਰਿੜਕ ਕੇ ਉਹਦੇ ਵਿੱਚੋਂ 14 ਰਤਨ, 14 ਉਪ ਰਤਨ, 8 ਧਾਤਾਂ, 8 ਉਪ ਧਾਤਾਂ ਕੱਢੀਆਂ ਸਨ। ਉਹ ਜਿਹੜੀਆਂ ਧਾਤਾਂ ਜਾਂ ਉਪ ਧਾਤਾਂ ਜਾਂ ਰਤਨ ਜਾਂ ਉਪ ਰਤਨ ਹਨ, ਉਹ ਮਨੁੱਖਤਾ ਦੇ, ਸੰਸਾਰ ਦੇ, ਪ੍ਰਾਣੀ ਮਾਤਰ ਦੇ ਭਲੇ ਵਾਸਤੇ ਲੋੜੀਂਦੀਆਂ ਸਨ। ਕਿਉਂਕਿ ਇਸ ਧਰਤੀ ਉੱਤੇ ਮਨੁੱਖ ਦੀ ਸਰਦਾਰੀ ਹੈ। ਸਾਰਿਆਂ ਤੋਂ ਜ਼ਿਆਦਾ ਸੁਰਤ ਸੋਝੀ ਪ੍ਰਮਾਤਮਾ ਨੇ ਮਨੁੱਖ ਨੂੰ ਦਿੱਤੀ ਹੈ, ਅਤੇ ਉਹ ਮਨੁੱਖ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਹ ਸਮੁੰਦਰ ਵਿੱਚੋਂ ਕੱਢੀਆਂ ਹਨ। ਅਤੇ ਅੱਜ ਕੱਲ੍ਹ ਦੇ ਜਿਹੜੇ ਘੱਟ ਸਮਝ ਵਾਲੇ ਲੋਕ ਹਨ, ਭਾਵੇਂ ਆਪਣੇ ਆਪ ਨੂੰ ਉਹ ਜ਼ਿਆਦਾ ਸਮਝ ਵਾਲਾ ਸਮਝਦੇ ਹਨ, ਪਰ ਸਮਝ ਉਹਨਾਂ ਲੋਕਾਂ ਦੀ ਬਹੁਤ ਸੀਮਤ ਹੋ ਚੁੱਕੀ ਹੈ। ਕਲਯੁਗ ਦਾ ਪ੍ਰਭਾਵ ਜਿਉਂ-ਜਿਉਂ ਵੱਧ ਰਿਹਾ ਹੈ, ਸੁਰਤੀ ਦੀ ਗਹਿਰਾਈ ਘਟਦੀ ਜਾ ਰਹੀ ਹੈ, ਮੋਟਾਪਣ ਸਾਡੇ ਦਿਮਾਗ ਵਿੱਚ ਆ ਰਿਹਾ ਹੈ। ਜਦੋਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਤਾਂ ਅੱਜ ਦੇ ਲੋਕ ਇਹਨਾਂ ਗੱਲਾਂ ਨੂੰ ਕਪੋਲ ਕਹਾਣੀਆਂ ਮੰਨਦੇ ਹਨ ਕਿ ਬਿਲਕੁਲ ਗੱਪ ਹੈ। ਐਸਾ ਕਿੱਦਾਂ ਹੋ ਸਕਦਾ? ਕੋਈ ਸਮੁੰਦਰ ਵੀ ਰਿੜਕ ਸਕਦਾ? ਪਹਾੜ ਦੀ ਮਧਾਣੀ ਪਾ ਕੇ, ਬਾਸਕ ਨਾਗ ਦਾ ਨੇਤਰਾ ਪਾ ਕੇ ਕੋਈ ਸਮੁੰਦਰ ਨੂੰ ਕਿਵੇਂ ਰਿੜਕੇਗਾ? ਪਰ ਇਹ ਗੱਲ ਉਹਨਾਂ ਲੋਕਾਂ ਦੀ ਸਮਝ ਤੋਂ ਬਾਹਰ ਹੈ। ਵਾਸਤਵ ਵਿੱਚ ਜੋ ਕੁਛ ਵੀ ਇਸ ਸੰਸਾਰ ਦੇ ਵਿੱਚ ਦਿਸਦਾ ਹੈ, 84 ਲੱਖ ਜੂਨਾਂ ਹਨ, ਪਸ਼ੂ ਪੰਛੀ ਹਨ, ਸਾਰਾ ਕੁਝ ਪਾਣੀ ਤੋਂ ਹੀ ਪੈਦਾ ਹੋਇਆ ਹੈ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ। ਅਤੇ ਭਾਵੇਂ ਉਹ ਪਾਣੀ ਨਹਿਰਾਂ ਵਿੱਚ ਹੈ, ਭਾਵੇਂ ਦਰਿਆਵਾਂ ਵਿੱਚ ਹੈ, ਨਦੀਆਂ ਵਿੱਚ ਹੈ, ਭਾਵੇਂ ਝੀਲਾਂ ਵਿੱਚ ਹੈ, ਭਾਵੇਂ ਉਹ ਸਰੋਵਰਾਂ ਵਿੱਚ ਹੈ, ਭਾਵੇਂ ਖੂਹਾਂ ਤਲਾਵਾਂ ਵਿੱਚ ਹੈ, ਪਰ ਉਹ ਆਇਆ ਤਾਂ ਸਮੁੰਦਰ ਤੋਂ ਹੀ ਹੈ ਨਾ। ਉਸ ਪਾਣੀ ਤੋਂ ਫਿਰ ਇਹ ਸਾਰਾ ਸੰਸਾਰ ਬਣਿਆ। ਪੌਣ ਗੁਰੂ ਪਾਣੀ ਪਿਤਾ, ਉਹ ਪਾਣੀ ਪਿਤਾ ਵਿੱਚੋਂ ਹੀ ਸਾਰੇ ਨਿਕਲੇ ਹੈ। ਜਿਹੜੇ ਉਹ ਰਤਨ ਨਿਕਲੇ ਨੇ ਉਹ ਕੀ ਹਨ? ਉੱਚ ਸਰਵਾ ਘੋੜਾ ਹੈ। ਇਨਸਾਨ ਨੂੰ ਸਵਾਰੀ ਲਈ ਘੋੜਾ ਚਾਹੀਦਾ ਸੀ, ਉੱਥੋਂ ਨਿਕਲਿਆ ਹੈ। ਹਾਥੀ ਚਾਹੀਦਾ ਸੀ ਰਾਜਿਆਂ ਮਹਾਰਾਜਿਆਂ ਨੂੰ, ਉੱਥੋਂ ਨਿਕਲਿਆ ਹੈ। ਫਿਰ ਜਿਹੜੀਆਂ ਜਿਹੜੀਆਂ ਚੀਜ਼ਾਂ ਹਨ, ਉਹ ਚੀਜ਼ਾਂ ਮਨੁੱਖਤਾ ਨੂੰ, ਸੰਸਾਰ ਨੂੰ ਲੋੜੀਂਦੀਆਂ ਸਨ। ਉਹਨਾਂ ਦੇ ਵਿੱਚ ਅੰਮ੍ਰਿਤ ਵੀ ਨਿਕਲਿਆ ਹੈ, ਜਿਸ ਨੂੰ ਪੀ ਕੇ ਅਮਰ ਹੋਇਆ ਜਾ ਸਕੇ। ਉਸ ਵਿੱਚੋਂ ਅੱਜ ਇਸ ਨੂੰ ਸ਼ਰਾਬ ਕਹਿੰਦੇ ਹਨ, ਇਹ ਵੀ ਨਿਕਲੀ ਹੈ। ਠੀਕ ਹੈ ਕਿ ਅੱਜ ਕੱਲ੍ਹ ਲੋਕਾਂ ਨੇ ਨਸ਼ਾ ਬਣਾ ਲਿਆ। ਬਣਾਈ ਤਾਂ ਇਹ ਦਵਾਈ ਸੀ ਵੀ ਜਿਸ ਬੰਦੇ ਨੂੰ ਕੋਈ ਦਰਦ ਹੋਵੇ ਜਾਂ ਕੋਈ ਉਸ ਨੂੰ ਆਪਰੇਸ਼ਨ ਚੀਰ ਫਾੜ ਕਰਨੀ ਹੋਵੇ, ਉਹਨੂੰ ਪਿਆਉਂਦੇ ਸੀ। ਫਿਰ ਉਹਦੀ ਚੀਰ ਫਾੜ ਕਰ ਦਿੰਦੇ ਸੀ, ਉਹਦੀ ਰਸੌਲੀ ਕੱਢ ਦਿੰਦੇ ਸੀ। ਅਤੇ ਇੱਦਾਂ ਹੀ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ, ਕੌਸਤਕ ਮਣੀ, ਪੰਚ ਸੰਖਿਆ, ਪੰਜ ਜਨਿਆ ਸੰਖ ਜਿਹੜਾ ਵਜਾਈਏ ਦੂਰ ਤੱਕ ਆਵਾਜ਼ ਜਾਂਦੀ ਹੈ। ਅਤੇ ਧਨੰਤਰ ਵੈਦ ਨਿਕਲਿਆ ਹੈ, ਜਿਹੜਾ ਸੰਸਾਰ ਨੂੰ ਬਿਮਾਰੀਆਂ ਤੋਂ ਬਚਾਵੇ। ਇਹ ਸੰਕੇਤਕ ਹੈ ਕਿ ਹਕੀਕਤ ਹੈ? ਸੰਕੇਤਕ ਹੈ ਔਰ ਹਕੀਕਤ ਵੀ ਹੈ। ਸਾਰਾ ਪਾਣੀ ਤੋਂ ਹੀ ਨਿਕਲਿਆ ਹੈ, ਸੰਸਾਰ ਹੀ ਸਾਰਾ ਪਾਣੀ ਤੋਂ ਨਿਕਲਿਆ ਹੈ। ਤਾਂ ਜਿਹੜਾ ਉਹ ਜਿਹੜੀ ਮਧਾਣੀ ਪਾਈ ਹੈ ਨਾ, ਸੁਮੇਰ ਪਰਬਤ ਦੀ ਜਾਂ ਮੰਦਰਾਚਲ ਪਰਬਤ ਦੀ, ਉਹ ਅਸਲ ਵਿੱਚ ਵਿਵੇਕ ਦੀ, ਗਿਆਨ ਦੀ ਮਧਾਣੀ ਪਾਈ। ਵਿਵੇਕ ਦੀ ਮਧਾਣੀ ਪਾ ਕੇ
ਉਹਨਾਂ ਲੋਕਾਂ ਨੇ ਵਿਚਾਰ ਕਰਕੇ ਮੰਥਨ ਕੀਤਾ ਵੀ ਕਿਹੜੀ ਕਿਹੜੀ ਚੀਜ਼ਾਂ ਮਨੁੱਖ ਦੇ ਕੰਮ ਆ ਸਕਦੀਆਂ। ਹਾਥੀ ਆ ਸਕਦਾ ਹੈ, ਘੋੜਾ ਆ ਸਕਦਾ ਹੈ, ਗਊ ਆ ਸਕਦੀ ਹੈ, ਵੈਦ ਆ ਸਕਦਾ, ਆਹ ਹਰੜਾਂ ਜਿਹੜੀਆਂ ਨਿਕਲੀਆਂ ਨੇ, ਆਹ ਜੋਕਾਂ ਵੀ ਛੋਟੀ ਛੋਟੀਆਂ ਫਿਰਦੀਆਂ, ਇਹਨੂੰ ਵੀ ਉਹਨਾਂ ਨੇ ਉਹਦੇ ਵਿੱਚੋਂ ਨਿਕਲਿਆ ਮੰਨਿਆ ਹੈ। ਕਿਉਂਕਿ ਜਿਹੜਾ ਪੁਰਾਣੇ ਜ਼ਮਾਨੇ ਵਿੱਚ ਕਿਸੇ ਨੂੰ ਫੋੜਾ ਹੋ ਜਾਂਦਾ ਸੀ ਨਾ, ਉਹ ਤੇ ਜੋਕਾਂ ਲਾ ਦਿੰਦੇ ਸੀ, ਉਹ ਖੂਨ ਚੂਸ ਲੈਂਦੀਆਂ ਸੀ, ਕਹਿੰਦਾ ਬੰਦਾ ਸੁਖੀ ਹੋ ਜਾਂਦਾ ਸੀ। ਅਤੇ ਆਹ ਜਿਹੜੀ ਦੇਗ ਹੈ, ਭੰਗ ਹੈ, ਸੁੱਖਾ ਹੈ, ਇਹ ਨਿਕਲਿਆ ਹੈ। ਜਿਹੜੇ ਬੰਦੇ ਨੂੰ ਕੋਈ ਡਿਪਰੈਸ਼ਨ ਹੋਣਾ, ਕਿਸੇ ਨੂੰ ਉਹਨੂੰ ਦੇ ਦੇਣਾ, ਉਹਨੇ ਸੁੱਖ ਨਾਲ ਸੌਂ ਜਾਣਾ, ਉਹਦੀ ਦਰਦ ਮਿਟ ਜਾਣੀ। ਇੱਕ ਚੀਜ਼ ਨਹੀਂ, ਬਹੁਤ ਕੁਛ ਨਿਕਲਿਆ। ਉਹ ਵਿਚਾਰ ਦੀ ਮਧਾਣੀ ਪਾ ਕੇ ਉਹਦੇ ਵਿੱਚੋਂ ਗਿਆਨ ਦੇ ਨਾਲ ਚਿੰਤਨ ਕਰਕੇ, ਮੰਥਨ ਕਰਕੇ ਜੋ ਕੱਢਿਆ ਗਿਆ, ਉਹ ਮਹਾਰਾਜ ਕਹਿੰਦੇ 14 ਰਤਨ ਨਿਕਾਲਿਓ ਕੀਤੋ ਨਚਾਨਾਨ, ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਉਹਨਾਂ ਦੇ ਵਿੱਚ ਜ਼ਹਿਰ ਵੀ ਨਿਕਲਿਆ, ਕਿਉਂਕਿ ਅਪੋਜਿਟ ਸ਼ਕਤੀ ਵੀ ਜ਼ਰੂਰ ਹੈ। ਅੰਮ੍ਰਿਤ ਵੀ ਨਿਕਲਿਆ, ਜ਼ਹਿਰ ਵੀ ਨਿਕਲਿਆ। ਦੇਵਤਿਆਂ ਨੇ ਅੰਮ੍ਰਿਤ ਲੈ ਲਿਆ, ਸ਼ਰਾਬ ਲੈ ਲਈ, ਇੰਦਰ ਨੇ ਕਾਮਧੇਨ ਗਊ ਲੈ ਲਈ। ਇਸ ਤਰ੍ਹਾਂ ਆਪੋ ਆਪਣੀਆਂ ਚੀਜ਼ਾਂ 'ਤੇ ਇਹਨਾਂ ਨੇ ਕਬਜ਼ੇ ਕਰ ਲਏ। ਹੁਣ ਜ਼ਹਿਰ ਕੋਈ ਲੈਂਦਾ ਕੋਈ ਨਹੀਂ। ਜਿਨ੍ਹਾਂ ਨੂੰ ਵੀ ਪੁੱਛਣ ਕਹਿੰਦੇ ਮੈਂ ਨਹੀਂ ਲੈਣਾ, ਮੈਂ ਨਹੀਂ ਲੈਣਾ। ਫਿਰ ਜ਼ਹਿਰ ਸ਼ਿਵ ਜੀ ਭਗਵਾਨ ਨੂੰ ਦਿੱਤਾ ਗਿਆ, ਕਿਉਂਕਿ ਸ਼ਿਵ ਜਿਹੜਾ ਹੈ ਨਾ, ਉਹਦੇ ਸ਼ਿਵ ਸਦਾ ਹੀ ਹੈ, ਚੇਤਨ ਹੀ ਹੋ। ਅਤੇ ਉਹਨੂੰ ਲੈ ਕੇ ਆਪਣੇ ਕੰਠ ਵਿੱਚ ਧਾਰਨ ਕੀਤਾ, ਥੱਲੇ ਨਹੀਂ ਜਾਣ ਦਿੱਤਾ। ਭਾਵ ਕਹਿਣ ਦਾ ਮਤਲਬ ਇਹ ਹੈ ਵੀ ਇਸ ਪਰਮਾਤਮਾ ਦੀ ਕਾਇਨਾਤ ਜੋ ਸ਼ਿਵ ਰੂਪ ਹੈ, ਚੇਤਨ ਰੂਪ ਹੈ, ਉਹਦੇ ਵਿੱਚ ਇੱਕ ਹਿੱਸੇ 'ਚ ਜ਼ਹਿਰ ਵੀ ਟਿਕਿਆ ਰਹੇਗਾ ਅਤੇ ਉਹਨੂੰ ਦੇਖ ਵੀ ਰਿਹਾ ਹੈ। ਅਸੀਂ ਪੀਵਾਂਗੇ ਤਾਂ ਅਸੀਂ ਦੇਖ ਥੋੜ੍ਹਾ ਸਕਾਂਗੇ। ਪੀਵਾਂਗੇ ਅਤੇ ਨਾਲ ਦੀ ਨਾਲ, ਜਿਵੇਂ ਕਹਿੰਦੇ ਨਾ ਸਾਇਨਾਈਡ ਦਾ ਕੈਪਸੂਲ ਖਾ ਲੈਂਦੇ ਸੀ, ਮੂੰਹ 'ਚ ਲਾਇਆ, ਪਤਾ ਹੀ ਨਹੀਂ ਲੱਗਦਾ ਕਦੋਂ, ਦੱਸਿਆ ਹੀ ਨਹੀਂ ਗਿਆ ਸਵਾਦ ਉਹਦਾ ਕਿੱਦਾਂ ਦਾ। ਪਰ ਉਹ ਸ਼ਿਵ ਉਹ ਹੈ ਜਿਹੜਾ ਉਹਨੂੰ ਵੀ ਜਾਣਦਾ, ਅੰਮ੍ਰਿਤ ਨੂੰ ਵੀ ਜਾਣਦਾ, ਜ਼ਹਿਰ ਨੂੰ ਵੀ ਜਾਣਦਾ। ਸਤਿਗੁਰੂ ਕਹਿੰਦੇ ਸੰਸਾਰ ਬਿਰਖ ਕੋ ਦੋਏ ਫਲ ਲਾਏ, ਬਿਖ ਅੰਮ੍ਰਿਤ ਕਰਤਾਰ ਉਪਾਏ। ਕਰਤਾਰ ਨੇ ਬਿਖ ਅਤੇ ਅੰਮ੍ਰਿਤ ਦੋਵੇਂ ਹੀ ਜਿਹੜੇ ਹਨ ਇਹ ਸੰਸਾਰ ਰੂਪੀ ਦਰਖਤ ਨੂੰ ਲਾਏ ਹੋਏ ਨੇ। ਉਹਦੇ ਵਿੱਚ ਸਾਧ ਸੰਗਤ ਦੀ ਸੁੱਖ ਵੀ ਹੈ ਔਰ ਦੁੱਖ ਵੀ ਹੈ। ਤੋ ਪਾਤਸ਼ਾਹ ਨੇ ਦੱਸਿਆ ਸੀ ਵੀ ਇਹਦੇ ਵਿੱਚ ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਈ। ਇਹ ਸਰੀਰ ਜਿਹੜਾ ਹੈ ਨਾ, ਇਹਦੇ ਵਿੱਚ ਜਿੱਥੇ ਜਵਾਨੀ ਆਉਂਦੀ ਹੈ, ਉੱਥੇ ਬੁਢੇਪੇ ਦਾ ਜ਼ਹਿਰ ਵੀ ਆਉਂਦਾ ਹੀ ਹੈ, ਮੌਤ ਵੀ ਆਉਂਦੀ ਹੈ। ਐਸਾ ਕੁਦਰਤ ਦਾ ਨਿਯਮ ਹੈ। ਆਓ ਹੁਣ ਸਰਵਣ ਕਰੀਏ, ਕਰਨਾ ਕੀ ਚਾਹੀਦਾ ਹੈ। ਉਹ ਦੱਸ ਰਹੇ ਨੇ ਗੁਰੂ ਅਮਰਦਾਸ ਮਹਾਰਾਜ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਉਹ ਸੱਚਾ ਹੈ ਵਾਹਿਗੁਰੂ, ਸਦਾ ਹੀ ਪ੍ਰਕਾਸ਼ ਰੂਪ ਹੈ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ। ਉਸ ਸੱਚੇ ਨੂੰ ਹਰ ਵੇਲੇ ਸਲਾਹੀ ਜਾਓ। ਵਾਹਿਗੁਰੂ 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 ਵਾਹਿਗੁਰੂ। ਕਿਉਂਕਿ ਪਰਮਾਤਮਾ ਦਾ ਸਾਡੇ ਕੋਲ ਹੀ ਹੈ, ਸਾਡੀ ਆਤਮਾ ਹੀ ਪਰਮਾਤਮਾ ਰੂਪ ਹੈ, ਮਗਰ ਸੁਰਤੀ ਜਿਹੜੀ ਹੈ ਉਹ ਮਾਇਆ ਵਿੱਚ ਖੁੱਭੀ ਹੋਈ ਹੈ। ਉਹ ਆਪਣੇ ਮੂਲ ਨੂੰ ਪਛਾਣਦਾ ਨਹੀਂ, ਆਪਣੇ ਆਪ ਨੂੰ ਦੇਖਦਾ ਨਹੀਂ, ਆਪਣੇ ਪ੍ਰੀਤਮ ਪਿਆਰੇ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਨਾਲ ਟੁੱਟ ਜਾਂਦਾ ਹੈ ਅਤੇ ਪਦਾਰਥਾਂ ਵਿੱਚ। ਮਹਾਰਾਜ ਕਹਿੰਦੇ ਸੋ ਸੱਚਾ ਸੱਚ ਸਲਾਹੀ ਹੈ। ਉਹ ਸੱਚੇ ਵਾਹਿਗੁਰੂ ਨੂੰ ਸਲਾਹੀਏ, ਜੇ ਸਤਿਗੁਰ ਦੇ ਬੁਝਾਏ, ਤਾਂ ਹੀ ਵਾਹਿਗੁਰੂ ਸੱਚੇ ਨੂੰ ਸਲਾਹਿਆ ਜਾ ਸਕਦਾ ਹੈ। ਬਿਨਾਂ ਗੁਰੂ ਦੇ ਕਿਸੇ ਨੂੰ ਵੀ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋਈ। ਇਹ ਗੁਰਬਾਣੀ ਦਾ ਢੰਡੋਰਾ ਹੈ। ਬਾਰ ਬਾਰ ਗੁਰਬਾਣੀ ਕਹਿ ਰਹੀ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਸੋ ਸੱਚਾ ਸੱਚ ਸਲਾਹੀ ਹੈ। ਉਹ ਸੱਚਾ ਵਾਹਿਗੁਰੂ ਪਰਮੇਸ਼ਰ ਸੱਚ ਸਰੂਪ ਹੀ ਹੈ। ਉਹਨੂੰ ਸਲਾਹੀਏ, ਪਰ ਸਲਾਹੀਏ ਤਾਂ ਜੇ ਸਤਿਗੁਰੂ ਦੇ ਬੁਝਾਏ। ਜੇ ਸਤਿਗੁਰੂ ਇਸ ਗੱਲ ਦੀ ਸੂਝ ਬੂਝ ਬਖਸ਼ ਦੇਣ, ਬਿਨ ਸਤਿਗੁਰ ਭਰਮ ਜਾਏ। ਸਤਿਗੁਰੂ ਜੀ ਤੋਂ ਬਿਨਾਂ ਇਹ ਜੀਵ ਰੂਪੀ ਇਸਤਰੀਆਂ, ਇਹ ਸਾਰੀ ਸ੍ਰਿਸ਼ਟੀ, ਇਹ ਸਾਰਾ ਸੰਸਾਰ, ਇਹ ਸਾਰੀਆਂ ਰੂਹਾਂ ਭਰਮ 'ਚ ਭੁੱਲੀਆਂ ਫਿਰਦੀਆਂ ਹਨ। ਮੈਂ ਅਤੇ ਤੂੰ ਦਾ ਭੇਦ ਪਿਆ ਹੋਇਆ ਹੈ।
ਪੰਜ ਪ੍ਰਕਾਰ ਦਾ ਭੇਦ ਹੈ ਸਾਧ ਸੰਗਤ ਜੀ। ਜੀਵ ਜੀਵ ਦਾ ਭੇਦ ਹੈ, ਔਰ ਜੀਵ ਈਸ਼ਵਰ ਦਾ ਭੇਦ ਹੈ। ਜੀਵ ਦਾ ਤੇ ਈਸ਼ਵਰ ਦਾ ਭੇਦ ਲੱਗਦਾ। ਈਸ਼ਵਰ ਜਿਹੜਾ ਹੈ ਉਹ ਮਾਇਆ ਸਬਲ ਹੈ। ਈਸ਼ਵਰ ਮਾਇਆ ਦੇ ਉੱਤੇ ਕੰਟਰੋਲ ਕਰ ਸਕਦਾ ਹੈ, ਤੇ ਜੀਵ ਜਿਹੜਾ ਹੈ ਉਹ ਅਵਿਦਿਆ ਦੇ ਅਧੀਨ ਹੈ। ਉਹਦਾ ਜੀਵ ਦੀ ਉਪਾਧੀ ਅਵਿਦਿਆ ਹੈ, ਈਸ਼ਵਰ ਦੀ ਉਪਾਧੀ ਮਾਇਆ ਹੈ। ਉਪਾਧੀ ਨਾਲ ਹੀ ਕੁਰਸੀ ਨਾਲ ਹੀ ਅਫਸਰ ਬਣਦਾ। ਜੇ ਆਪਾਂ ਕਹੀਏ ਵੀ ਇਹ ਚੇਅਰਮੈਨ ਹੈ, ਚੇਅਰ ਹੋਏਗੀ ਤਾਂ ਚੇਅਰਮੈਨ ਬਣੇਗਾ। ਜੇ ਮਾਇਆ ਹੈ ਤਾਂ ਈਸ਼ਵਰ ਹੈ, ਕਿਉਂਕਿ ਮਾਇਆ ਤੋਂ ਬਿਨਾਂ ਈਸ਼ਵਰ ਨੂੰ ਈਸ਼ਵਰ ਕਹਿ ਹੀ ਨਹੀਂ ਸਕਦੇ। ਆਖੋ ਸ੍ਰੀ ਵਾਹਿਗੁਰੂ। ਉਹਦੀ ਉਪਾਧੀ ਹੈ ਮਾਇਆ, ਪਾਵਰ ਹੈ ਉਹਦੇ ਕੋਲ, ਸ਼ਕਤੀ ਹੈ। ਔਰ ਜੀਵ ਕਿਉਂ ਬਣਿਆ ਹੋਇਆ ਹੈ? ਜੀਵ ਆਪਣੀ ਅਵਿਦਿਆ ਅਗਿਆਨਤਾ ਦੀ ਉਪਾਧੀ ਕਰਕੇ ਬਣਿਆ ਹੋਇਆ। ਇਹਦੇ ਕੋਲ ਅਗਿਆਨਤਾ ਹੈ, ਇਹਦੀ ਉਪਾਧੀ ਹੈ ਅਵਿਦਿਆ। ਨਹੀਂ ਜਾਣਦਾ, ਪਤਾ ਨਹੀਂ, ਸੋਝੀ ਨਹੀਂ, ਗਿਆਨ ਨਹੀਂ, ਇਸ ਕਰਕੇ ਜੀਵ ਹੈ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਬਿਨਾਂ ਸਤਿਗੁਰੂ ਦੇ ਉਹ ਉਪਾਧੀ ਜਿਹੜੀ ਅਗਿਆਨਤਾ ਦੀ ਜਾਂਦੀ, ਉਹ ਮਿਟਦੀ ਨਹੀਂ। ਬਿਨ ਸਤਿਗੁਰ ਭਰਮ ਭੁਲਾਣੀਆਂ। ਕਰੋੜਾਂ ਅਰਬਾਂ ਖਰਬਾਂ ਜੀਵ ਉਸ ਅਵਿਦਿਆ ਦੇ ਅਧੀਨ ਭਰਮ 'ਚ ਪਏ ਰਹਿੰਦੇ ਆ। ਮੈਂ ਤੂੰ, ਆਪਣਾ ਬਗਾਨਾ, ਵੱਡਾ ਛੋਟਾ। ਸੋ ਜਿਹੜਾ ਜੀਵ ਈਸ਼ਵਰ ਦਾ ਭੇਦ ਪਿਆ ਹੋਇਆ, ਇਹ ਸਭ ਤੋਂ ਵੱਡਾ ਭਰਮ ਹੈ। ਫਿਰ ਜੀਵ ਤੇ ਜੜ ਦਾ ਵੀ ਭੇਦ। ਮੈਂ ਤੁਰਿਆ ਫਿਰਦਾ, ਮੈਂ ਬੋਲਦਾ, ਮੈਂ ਸੁਣਦਾ, ਪਰ ਆਹ ਜਿਹੜੀ ਕੁਰਸੀ ਹੈ ਜਾਂ ਮੇਜ਼ ਹੈ ਜਾਂ ਕੱਪੜਾ ਹੈ ਜਾਂ ਇਹ ਲੋਹਾ ਹੈ, ਇਹ ਨਹੀਂ ਸੁਣਦਾ, ਇਹ ਨਹੀਂ ਬੋਲਦਾ, ਇਹ ਪੱਥਰ ਹੈ, ਇਹ ਜੜ ਹੈ। ਭੇਦ ਲੱਗ ਰਿਹਾ ਨਾ, ਫਰਕ ਲੱਗ ਰਿਹਾ। ਔਰ ਫਿਰ ਸਾਧ ਸੰਗਤ ਜੀ ਜੜ ਜੜ ਦਾ ਵੀ ਭੇਦ ਹੈ। ਪੱਥਰ ਦੇ ਵਿੱਚ ਤੇ ਲੋਹੇ ਵਿੱਚ ਤੇ ਸੋਨੇ ਵਿੱਚ ਤੇ ਪਿੱਤਲ ਵਿੱਚ ਹੈ ਜੜਤਾ ਸਾਂਝੀ ਹੈ, ਪਰ ਫਿਰ ਵੀ ਉਹ ਵੱਖਰੇ ਵੱਖਰੇ ਹਨ। ਭੇਦ ਹੈ ਉਹਨਾਂ ਦਾ। ਜੀਵ ਜੀਵ ਦਾ ਵੀ ਪਰਸਪਰ ਭੇਦ ਹੈ। ਇੱਕ ਬੰਦਾ ਦੂਜੇ ਬੰਦੇ ਤੋਂ, ਪਸ਼ੂ ਤੋਂ, ਘੋੜੇ ਤੋਂ, ਹਾਥੀ ਤੋਂ, ਮੱਝ ਤੋਂ, ਗਾਂ ਤੋਂ ਵੱਖਰੇ ਵੱਖਰੇ ਹਨ। ਜੀਵ ਜੀਵ ਦਾ ਵੀ ਭੇਦ ਹੈ। ਔਰ ਫਿਰ ਈਸ਼ਵਰ ਦਾ ਤੇ ਜੜ ਦਾ ਵੀ ਭੇਦ ਹੈ। ਈਸ਼ਵਰ ਚੇਤਨ ਹੈ, ਸਰਬ ਕਲਾ ਸਮਰੱਥ ਹੈ। ਜੜ ਵਿਚਾਰੀ ਚੀਜ਼ ਪਈ ਹੈ, ਪੱਥਰ ਪਿਆ ਹੈ, ਉਹਦਾ ਭੇਦ। ਇਹ ਪੰਜ ਪ੍ਰਕਾਰ ਦਾ ਭੇਦ ਜਿਹੜਾ ਹੈ ਜੀਵਾਂ ਦੇ ਅੰਦਰ, ਪਰਸਪਰ ਭੇਦ। ਜੀਵ ਜੜ ਦਾ ਭੇਦ, ਜੜ ਈਸ਼ਵਰ ਦਾ ਭੇਦ, ਈਸ਼ਵਰ ਤੇ ਜੀਵ ਦਾ ਭੇਦ। ਇਹ ਪੰਜ ਪ੍ਰਕਾਰ ਦਾ ਭੇਦ ਜੋ ਪਿਆ ਹੋਇਆ ਹੈ, ਇਹਦੇ 'ਚ ਬੰਦਾ ਨਿਕਲ ਹੀ ਨਹੀਂ ਸਕਦਾ ਜਿੰਨਾ ਚਿਰ ਪੂਰਾ ਸਤਿਗੁਰੂ ਨਹੀਂ ਮਿਲਦਾ। ਬਿਨ ਸਤਿਗੁਰ ਭਰਮ ਭੁਲਾਣੀਆਂ, ਕਿਆ ਮੂੰਹ ਦੇਸਨ ਆਗੇ ਜਾਏ। ਦਰਗਾਹ ਵਿੱਚ ਵਾਹਿਗੁਰੂ ਦੇ ਪਰਮੇਸ਼ਰ ਦੇ ਸਨਮੁਖ ਜਾ ਕੇ ਕੀ ਮੂੰਹ ਦਿਖਾਣਗੇ, ਕਿਉਂਕਿ ਉਸ ਵੇਲੇ ਉਹਨਾਂ ਦਾ ਭਰਮ ਹੀ ਉਹਨਾਂ ਨੂੰ ਅਗਲੇ ਜਨਮ ਵਿੱਚ ਧੱਕ ਦੇਵੇਗਾ। ਕਿਆ ਮੂੰਹ ਦੇਣ ਜਾ, ਕਿਆ ਦੇਣ ਮੂੰਹ ਜਾਏ, ਆਉਗਣ ਪਛਤਾਏ, ਦੁੱਖੋ ਦੁੱਖ ਕਮਾਏ। ਕੀ ਮੂੰਹ ਦੇਣਗੇ ਪਰਮੇਸ਼ਰ ਦੇ ਸਨਮੁਖ? ਆਪਣੇ ਕੀਤੇ ਔਗਣਾ ਕਰਕੇ ਪਛਤਾਵਾ ਹੀ ਹੋਵੇਗਾ। ਸਵਾਏ ਪਛਤਾਵੇ ਤੋਂ ਕੁਛ ਵੀ ਪੱਲੇ ਨਹੀਂ ਪਵੇਗਾ। ਦੁੱਖੋ ਦੁੱਖ ਕਮਾਏ। ਕਹਿੰਦੇ ਪਾਪ ਇਹੋ ਜਿਹੇ ਕੀਤੇ ਹਨ, ਦੁੱਖ ਹੀ ਕਮਾ ਲਏ ਹਨ। ਦੁੱਖਾਂ ਦੀ ਖੱਟੀ ਖੱਟ ਲਈ ਹੈ। ਨਾਮ ਰਤੀਆ ਸੇ ਰੰਗ ਚਲੂਲਾ, ਫਿਰ ਕੈ ਅੰਕ ਸਮਾਏ। ਜਿਹੜੀਆਂ ਜੀਵ ਰੂਪੀ ਇਸਤਰੀਆਂ ਨਾਮ ਦੇ ਰੰਗ ਵਿੱਚ ਰੰਗੀਆਂ ਗਈਆਂ ਹਨ, ਉਹਨਾਂ ਨੂੰ ਚਲੂਲਾ ਗੂੜਾ ਪੱਕਾ ਰੰਗ ਚੜ੍ਹ ਗਿਆ ਹੈ। ਉਹ ਪਰਮਾਤਮਾ ਦੇ, ਵਾਹਿਗੁਰੂ ਦੇ, ਪਰਮੇਸ਼ਰ ਦੇ ਅੰਕ ਸਮਾਏ। ਅੰਕ ਭਾਵ ਪਰਮੇਸ਼ਰ ਦੀ ਗੋਦ ਵਿੱਚ ਜਾ ਸਮਾਈਆਂ ਹਨ। ਤਿਸ ਜੇਵੜ ਅਵਰ ਨਾ ਸੂਝਈ, ਕਿਸ ਆਗੇ ਕਹੀਐ ਜਾਏ। ਉਸ ਵਾਹਿਗੁਰੂ ਚੇਤਨ ਸਰੂਪ ਵਰਗਾ ਕੋਈ ਨਜ਼ਰ ਹੀ ਨਹੀਂ ਆਉਂਦਾ। ਉਹਦੇ ਉਹ ਜਿੱਡਾ ਵੱਡਾ ਵਾਹਿਗੁਰੂ ਹੈ, ਓਡਾ ਵੱਡਾ ਸੰਸਾਰ ਵਿੱਚ ਕੋਈ ਵੀ ਨਹੀਂ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਕਹਿੰਦੇ ਕੁਛ ਵੀ ਉਹਦੇ ਬਰਾਬਰ ਨਹੀਂ ਨਜ਼ਰ ਆਉਂਦਾ। ਉਸ ਨੂੰ ਛੱਡ ਕੇ ਕਿਸ ਆਗੇ ਕਹੀਐ ਜਾਏ। ਕਿਹਦੇ ਅੱਗੇ ਜਾ ਕੇ ਆਪਣੀ ਬੇਦਨ ਕਹੀਏ, ਆਪਣਾ ਦੁੱਖ ਰੋਈਏ। ਜੇ ਉਸ ਪ੍ਰਭੂ ਦੀ ਸਿਫਤ ਵੀ ਕਰਨੀ ਹੈ ਤਾਂ ਕਿਹਦੇ ਅੱਗੇ ਕਰੀਏ? ਉਹਦੇ ਤੋਂ ਬਿਨਾਂ, ਕਿਉਂਕਿ ਦੂਜੇ ਨੂੰ ਸਮਝ ਆ ਹੀ ਨਹੀਂ ਸਕਦੀ। ਆਖੋ ਸ੍ਰੀ ਵਾਹਿਗੁਰੂ। ਦੂਜਾ ਹੈ ਹੀ ਕੋਈ ਨਹੀਂ, ਤੇ ਸਮਝ ਕਿਸ ਨੂੰ ਕੀ ਆਣੀ ਹੈ। ਖੇਡ ਹੀ ਐਸੀ ਅਸਚਰਜ ਹੈ। ਸੋ ਸੱਚਾ ਸੱਚ ਸਦਾ ਹੀ ਹੈ। ਉਹ ਸੱਚਾ ਵਾਹਿਗੁਰੂ ਸੱਚ ਸਰੂਪ, ਉਹਦੀ ਸਲਾਹਨਾ ਕਰੀਏ, ਸੱਚੀ ਸਿਫਤ ਸਲਾਘਾ ਕਰੀਏ।
ਜੇ ਸਤਿਗੁਰ ਦੇ ਬੁਝਾਏ, ਜੇ ਸਤਿਗੁਰੂ ਜੀ ਕਿਰਪਾ ਕਰ ਦੇਣ, ਸੂਝ ਬੂਝ ਬਖਸ਼ ਦੇਣ। ਜਿਨੀ ਸਚੜਾ ਸੱਚ ਸਲਾਹਿਆ, ਹਉ ਤਿਨ ਲਾਗੋਂ ਪਾਏ। ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ, ਪਰਮਾਤਮਾ ਨੂੰ ਸਲਾਹਿਆ ਹੈ। ਕਿਉਂਕਿ ਅਸੀਂ ਸਾਰੇ ਜਿੰਨੀਆਂ ਸਿਫਤਾਂ ਕਰੀ ਜਾਂਦੇ ਹਾਂ ਸਾਧ ਸੰਗਤ ਜੀ, ਅਸੀਂ ਕਿਰਤਮ ਦੀ ਕਰਦੇ ਹਾਂ, ਕਰਤੇ ਦੀ ਨਹੀਂ ਕਰਦੇ। ਗੁਰੂ ਸਾਹਿਬ ਨੇ ਕਰਤੇ ਦੀ ਸਿਫਤ ਕੀਤੀ ਹੈ, ਕਿਰਤਮ ਦੀ ਨਹੀਂ ਕੀਤੀ। ਅਸੀਂ ਕਿਸੇ ਬੰਦੇ ਦੀ ਸਲਾਹਨਾ ਕਰਾਂਗੇ, ਕਿਸੇ ਦੇ ਗੁਣ ਦੀ ਸਲਾਹਨਾ ਕਰਾਂਗੇ, ਕਿਸੇ ਕਲਾਕਾਰ ਦੀ, ਕਿਸੇ ਕ੍ਰਿਤੀ ਦੀ ਤਾਰੀਫ ਕਰਾਂਗੇ। ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਤੋਂ ਬਿਨਾਂ ਹੋਰ ਕੋਈ ਸਿਫਤ ਕਰਨ ਯੋਗ ਹੈ ਹੀ ਨਹੀਂ। ਕਹਿੰਦੇ ਉਹੀ ਹੈ ਵਾਹਿਗੁਰੂ, ਸਦਾ ਹੀ ਸੱਚ ਸਰੂਪ ਹੈ। ਜਿਨ੍ਹਾਂ ਨੇ ਉਸ ਸਚੜੇ ਨੂੰ, ਸੱਚੇ ਨੂੰ ਸਲਾਹ ਲਿਆ ਹੈ, ਹਉ ਤਿਨ ਲਾਗੋਂ ਪਾਏ। ਮੈਂ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਪੈਰੀਂ ਲਾ ਕੇ ਮੱਥਾ ਟੇਕ। ਔਖਾ ਕੰਮ ਹੈ, ਆਖਣ ਔਖਾ ਸਾਚਾ ਨਾਮ। ਉੱਦਾਂ ਤਾਂ ਸਾਰੇ ਹੀ ਰਾਮ ਰਾਮ ਕਰਤਾ, ਸਭ ਜਗ ਫਿਰੈ ਰਾਮ ਨ ਪਾਇਆ ਜਾਏ। ਅਸੀਂ ਸਮਝਦੇ ਹਾਂ ਅਸੀਂ ਪਰਮੇਸ਼ਰ ਦਾ ਨਾਮ ਜਪ ਰਹੇ ਹਾਂ, ਪਰ ਇਹ ਵੀ ਅਜੇ ਬੜੀ ਦੂਰ ਦੀ ਗੱਲ ਹੈ। ਜਿਨ੍ਹਾਂ ਨੇ ਸਲਾਹ ਲਿਆ ਹੈ, ਧੰਨ ਹਨ ਉਹ, ਨਮਸਕਾਰ ਹੈ ਉਹਨਾਂ ਦੇ ਚਰਨਾਂ 'ਤੇ। ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ। ਤਾਕੇ ਪਾਕੀ ਪਾਨਹੀ, ਮੇਰੇ ਤਨ ਕੋ ਜਾਮ। ਜਿਨ੍ਹਾਂ ਨੂੰ ਸੁਪਨੇ ਵਿੱਚ ਵਾਹਿਗੁਰੂ 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 ਯਾਦ ਆਉਂਦਾ ਹੈ, ਉਹਨਾਂ ਦੇ ਚਰਨਾਂ ਵਿੱਚ ਮੈਂ ਆਪਣੇ ਚੰਮ ਦੀਆਂ ਜੁੱਤੀਆਂ ਬਣਾ ਕੇ ਪਾ ਦੇ। ਉਹਨਾਂ ਦੇ ਚਰਨਾਂ ਦੇ ਜੋੜੇ ਬਣਾ ਦਿਆ ਆਪਣੀ। ਮੇਰੀ ਖੱਲੋਂ ਮੋਜੜੇ ਗੁਰ ਸਿੱਖ ਹੰਡਾਂਦੇ। ਸੇ ਜਨ ਸੱਚੇ ਨਿਰਮਲੇ, ਤਿਨ ਮਿਲਿਆ ਮਲ ਸਭ ਜਾਏ। ਉਹ ਮਹਾਂਪੁਰਸ਼ ਸੰਤ ਜਨ ਨਿਰਮਲ ਹੋ ਗਏ ਹਨ, ਜੀਉ ਨਿਰਮਲ ਬਾਹਰੋਂ ਨਿਰਮਲ। ਉਹਨਾਂ ਨੂੰ ਮਿਲਣ ਨਾਲ ਸਾਰੀ ਮੈਲ ਉਤਰ ਜਾਂਦੀ ਹੈ, ਅੰਤःਕਰਣ ਦੀ ਸ਼ੁੱਧੀ ਹੋ ਜਾਂਦੀ ਹੈ। ਕਿਉਂਕਿ ਜੋ ਵੀ ਸਾਨੂੰ ਸਾਡੇ ਅੰਤःਕਰਣ ਵਿੱਚ, ਸਾਡੇ ਮਨ ਵਿੱਚ ਆ ਰਿਹਾ ਹੈ, ਉਹ ਆਲੇ ਦੁਆਲੇ ਤੋਂ ਹੀ ਆ ਰਿਹਾ ਹੈ। ਜਿਨ੍ਹਾਂ ਨੂੰ ਚੰਗੀ ਸੰਗਤ ਮਿਲਦੀ ਹੈ, ਉਹਨਾਂ ਦੇ ਵਿਚਾਰ ਖਿਆਲਾਤ, ਉਹਨਾਂ ਦੇ ਮਨ ਦੀਆਂ ਬਿਰਤੀਆਂ ਸ਼ੁਭ ਹੋ ਜਾਂਦੀਆਂ ਹਨ। ਅਤੇ ਜਿਨ੍ਹਾਂ ਨੂੰ ਮਾੜੀ ਸੰਗਤ ਮਿਲਦੀ ਹੈ, ਉਹਨਾਂ ਦੇ ਖਿਆਲਾਤ, ਉਹਨਾਂ ਦੀਆਂ ਬਿਰਤੀਆਂ ਮਾੜੀਆਂ ਹੋ ਜਾਂਦੀਆਂ ਹਨ। ਸੱਚੇ ਪਾਤਸ਼ਾਹ ਕਹਿੰਦੇ, ਸੇ ਜਨ ਸੱਚੇ ਨਿਰਮਲੇ, ਤਿਨ ਮਿਲਿਆ ਮਲ ਸਭ ਜਾਏ। ਸਾਧੂਆਂ ਮਹਾਂਪੁਰਸ਼ਾਂ ਨੂੰ ਮਿਲਣ ਨਾਲ ਅੰਤःਕਰਣ, ਜਿਹੜਾ ਬੰਦੇ ਦਾ ਮਨ ਹੈ, ਉਹ ਨਿਰਮਲ ਹੋ ਜਾਂਦਾ, ਉਹਦੀ ਮੈਲ ਸਾਰੀ ਉਤਰ ਜਾਂਦੀ। ਤਿਨ ਮਿਲਿਆ ਮਲ ਸਭ ਜਾਏ, ਸੱਚੈ ਸਰ ਨਹਾਏ, ਸੱਚੈ ਸਹਿਜ ਸੁਭਾਏ। ਉਹਨਾਂ ਮਹਾਂਪੁਰਸ਼ਾਂ ਨੂੰ ਮਿਲਣ ਨਾਲ ਸਾਰੀ ਮੈਲ ਉਤਰਦੀ ਹੈ। ਸੱਚੇ ਸਰ ਨਹਾਏ, ਸੱਚੇ ਸਰੋਵਰ ਵਿੱਚ ਇਸ਼ਨਾਨ ਕਰ ਲਿਆ। ਸੱਚ ਸਰੋਵਰ ਪਰਮੇਸ਼ਰ ਆਪ ਹੀ ਹੈ। ਉਸ ਆਤਮ ਤੀਰਥ 'ਤੇ ਨਿਵਾਸ ਕਰ ਲਿਆ, ਅਤੇ ਆਤਮ ਤੀਰਥ 'ਤੇ ਨਿਵਾਸ ਕਰਕੇ, ਆਤਮ ਤੀਰਥ ਵਿੱਚ ਇਸ਼ਨਾਨ ਕਰਕੇ ਅੰਤਰਗਤ ਤੀਰਥ ਮਲ ਨਹਾਓ। ਐਸੀ ਪਵਿੱਤਰਤਾ, ਸਵੱਛਤਾ ਆ ਗਈ। ਮਹਾਰਾਜ ਕਹਿੰਦੇ, ਸੱਚਾ ਸਹਿਜ ਸੁਭਾਏ। ਉਹ ਸੱਚੇ ਵਾਹਿਗੁਰੂ ਨਾਲ ਸਹਿਜ ਸੁਭਾਈ ਲਿਵ ਲੱਗ ਜਾਂਦੀ ਹੈ, ਜੁੜ ਜਾਂਦੇ ਹਨ। ਨਾਮ ਨਿਰੰਜਨ ਅਗੰਮ ਅਗੋਚਰ, ਸਤਿਗੁਰ ਦੀਆ ਬੁਝਾਏ। ਵਾਹਿਗੁਰੂ ਪਰਮਾਤਮਾ ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਇਸ ਸੰਸਾਰ ਵਿੱਚ ਸਾਰਿਆਂ ਨੂੰ ਕਾਲਖ ਲੱਗੀ ਹੈ। ਕਬੀਰ ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਿਸ ਮਾਹੇ। ਸੰਸਾਰ ਕੱਜਲ ਦੀ ਕੋਠੜੀ ਹੈ। ਸਾਡੇ ਵਰਗੇ ਅੰਨੇ ਜੀਵ ਉਹਦੇ 'ਚ ਵੜ ਗਏ ਹਨ। ਹੁਣ ਇੱਕ ਹੋਵੇ ਅੰਨਾ ਦਿਸੇ ਉਸ ਨੂੰ ਨਾ, ਅਤੇ ਕਾਲੀ ਕੋਠੜੀ ਕੱਜਲ ਨਾਲ ਭਰੀ ਹੋਵੇ, ਉਹ ਬੰਦਾ ਵਿੱਚੋਂ ਨਿਕਲੇਗਾ ਕੀ? ਤੁਸੀਂ ਮੰਨਦੇ ਹੋ ਵੀ ਸਹੀ ਸਲਾਮਤ ਨਿਕਲ ਆਵੇਗਾ? ਉਹਦੇ ਕੱਪੜਿਆਂ 'ਤੇ, ਉਹਦੇ ਦਾੜੇ 'ਤੇ, ਉਹਦੇ ਦਸਤਾਰੇ 'ਤੇ, ਉਹਦੇ ਮੂੰਹ 'ਤੇ, ਮੱਥੇ 'ਤੇ ਕਾਲਖ ਲੱਗਣੀ ਸੁਭਾਵਕ ਹੈ। ਇੱਕ ਤਾਂ ਅਸੀਂ ਹੈ ਅੰਨੇ ਹਾਂ, ਅਗਿਆਨੀ ਹਾਂ। ਦੂਸਰਾ ਸੰਸਾਰ ਦੀ ਕੱਜਲ ਦੀ ਕੋਠੜੀ 'ਚ ਆ ਵੜੇ ਹਾਂ। ਹੁਣ ਕਾਲਖ ਤਾਂ ਲੱਗਣੀ ਲੱਗਣੀ ਹੈ। ਧੰਨ ਹਨ ਸਤਿਗੁਰੂ
ਜਿਹੜੇ ਕਾਲਖ ਲੱਗਣ ਨਹੀਂ ਦਿੰਦੇ। ਕਿਉਂ ਨਹੀਂ ਲੱਗਣ ਦਿੰਦੇ? ਕਹਿੰਦੇ ਨਾਮ ਨਿਰੰਜਨ ਅਗੰਮ ਅਗੋਚਰ ਨਿਰਅੰਜਨ। ਅੰਜਨ ਨਾਮ ਕਾਲਖ ਦਾ ਹੈ। ਮਾਇਆ ਦੀ ਕਾਲਖ ਤੋਂ ਰਹਿਤ ਜੋ ਹੈ ਉਸ ਨੂੰ ਨਿਰੰਜਨ ਕਹਿੰਦੇ ਹਨ। ਉਹ ਨਿਰੰਜਨ ਪਰਮੇਸ਼ਰ ਦਾ ਨਾਮ ਵੀ ਨਿਰੰਜਨ ਹੀ ਹੈ। ਵਾਹਿਗੁਰੂ 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 ਵਾਹਿਗੁਰੂ। ਜਦੋਂ ਸੁਰਤੀ ਵਾਹਿਗੁਰੂ ਵਿੱਚ ਜਾਂਦੀ ਹੈ ਉਸ ਵੇਲੇ ਅੰਤःਕਰਣ ਸ਼ੁੱਧ ਹੋ ਜਾਂਦਾ ਹੈ। ਪਰ ਹੈ ਅਗੰਮ ਅਗੋਚਰ। ਕਿਸੇ ਸਿਆਣਪ ਨਾਲ ਕਿਸੇ ਤਰੀਕੇ ਨਾਲ ਨਹੀਂ ਪਹੁੰਚਿਆ ਜਾ ਸਕਦਾ। ਸਤਿਗੁਰੂ ਦੀਆ ਬੁਝਾਏ। ਸਤਿਗੁਰੂ ਜੀ ਤੋਂ ਬਿਨਾਂ ਦੱਸ ਨਹੀਂ ਸਕਦਾ ਕੋਈ ਰਸਤਾ। ਸਤਿਗੁਰਾਂ ਨੇ ਉਹ ਅਗੰਮ ਅਗੋਚਰ ਦੀ ਸਾਨੂੰ ਸੂਝ ਬੂਝ ਬਖਸ਼ ਦਿੱਤੀ ਹੈ। ਅਣ ਦਿਨ ਭਗਤ ਕਰੈ ਰੰਗ ਰਾਤੇ ਨਾਨਕ ਸੱਚ ਸਮਾਏ। ਦਿਨ ਰਾਤ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਵਾਹਿਗੁਰੂ ਦੀ ਭਗਤੀ ਕਰਦੇ ਹਨ। ਸਤਿਗੁਰੂ ਅਮਰਦਾਸ ਜੀ ਕਹਿੰਦੇ ਸੱਚ ਵਿੱਚ ਸਮਾ ਜਾਂਦੇ ਹਨ। ਜਿਨੀ ਸੱਚੜਾ ਸੱਚ ਧਿਆਇਆ ਹਉ ਤਿਨ ਕੈ ਲਾਗੋਂ ਪਾਏ। ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਧਿਆ ਲਿਆ ਹੈ ਅਸੀਂ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਇੱਕ ਵਾਰੀ ਨਹੀਂ ਬਾਰ ਨਮਸਕਾਰ ਕਰਦੇ ਹਾਂ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਾਮ ਕਲੀ ਮਹੱਲਾ ਤੀਜਾ।